हाँ जी सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁਝ ਉਹ ਗੱਲਾਂ ਦੀ ਜੋ ਸ਼ਾਇਦ ਤੁਹਾਨੂੰ ਕਦੇ ਵੀ ਨਹੀਂ ਦੱਸੀਆਂ ਗਈਆਂ ਹੋਈਆਂ ਤੇ ਜੋ ਅਸੀਂ ਅੱਜ ਗੱਲਾਂ ਕਰਨ ਜਾ ਰਹੇ ਹਾਂ ਉਹਨਾਂ ਬਾਰੇ ਤੁਹਾਡੇ ਦਿਮਾਗ ਵਿੱਚ ਬਹੁਤ ਵਾਰੀ ਸਵਾਲ ਵੀ ਆਉਂਦੇ ਹੋਣਗੇ। ਹਾਂਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬੈਂਕਿੰਗ ਸਿਸਟਮ ਬਾਰੇ। ਇਸ ਦੀ ਸ਼ੁਰੂਆਤ ਕਿਵੇਂ ਹੋਈ ਸੀ, ਕਦੋਂ ਹੋਈ ਸੀ, ਕਿਸ ਨੇ ਕੀਤੀ ਸੀ, ਇਹ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਪੂਰੀ ਡੂੰਘਾਈ ਦੇ ਵਿੱਚ ਜਾ ਕੇ ਸਮਝਾਂਗੇ। ਤੇ ਜੇਕਰ ਹੁਣ ਤੁਸੀਂ ਬਿਲਕੁਲ ਫ੍ਰੀ ਹੋ ਤਾਂ ਹੀ ਇਸ ਵੀਡੀਓ ਨੂੰ ਅੱਗੇ ਦੇਖਿਓ, ਨਹੀਂ ਤਾਂ ਤੁਹਾਨੂੰ ਇਹ ਵੀਡੀਓ ਦੀ ਸਮਝ ਹੀ ਨਹੀਂ ਆਉਣੀ ਤੇ ਇਹ ਵੀਡੀਓ ਕਿੱਥੇ ਤੋਂ ਸ਼ੁਰੂ ਹੋਣੀ ਹੈ ਤੇ ਕਿੱਥੇ ਜਾ ਕੇ ਖਤਮ ਹੋਣੀ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ, ਕਿਉਂਕਿ ਇਸ ਦੇ ਵਿੱਚ ਚੀਜ਼ਾਂ ਹੀ ਬਹੁਤ ਹੋਣਗੀਆਂ ਕਵਰ ਕਰਨ ਲਈ ਤੇ ਉਹਨਾਂ ਨੂੰ ਸਮਝਣ ਲਈ ਤੁਹਾਡਾ ਮਾਈਂਡ ਬਿਲਕੁਲ ਫਰੈਸ਼ ਚਾਹੀਦਾ ਹੈ। ਤੇ ਇਹ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਰੌਥਚਾਈਲਡ ਫੈਮਿਲੀ ਤੋਂ। ਸੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਨੂੰ ਜ਼ੈਪ ਕੰਪਨੀ ਵੱਲੋਂ ਬੂਮ ਬਾਕਸ ਬਲੂਟੁੱਥ ਸਪੀਕਰ ਭੇਜਿਆ ਗਿਆ ਜੋ ਕਿ ਬਹੁਤ ਹੀ ਕਮਾਲ ਦਾ ਸਪੀਕਰ ਹੈ ਤੇ ਕੁਝ ਮੇਨ ਗੱਲਾਂ ਦੱਸਦੇ ਜੋ ਬਾਕੀ ਬਲੂਟੁੱਥ ਸਪੀਕਰਾਂ ਵਿੱਚ ਨਹੀਂ ਹੁੰਦੀਆਂ। ਤੇ ਜੇਕਰ ਤੁਹਾਡਾ ਫੋਨ ਇਹਦੇ ਨਾਲ ਜੁੜਿਆ ਹੋਇਆ ਹੈ ਤੇ ਤੁਹਾਨੂੰ ਕੋਈ ਕਾਲ ਆ ਜਾਂਦੀ ਹੈ ਤਾਂ ਤੁਸੀਂ ਸਪੀਕਰ ਤੇ ਹੀ ਸੁਣ ਸਕਦੇ ਹੋ, ਕਿਉਂਕਿ ਇਸ ਦੇ ਵਿੱਚ ਇੱਕ ਮਾਈਕ ਵੀ ਹੈ। ਤੇ ਇਹ ਸਪੀਕਰ ਦੀ ਖਾਸੀਅਤ ਇਹ ਹੈ ਕਿ ਇਹਦੀ ਬਹੁਤ ਹੀ ਕਮਾਲ ਦੀ ਬੇਸ ਹੈ। ਤੇ ਜੇਕਰ ਗੱਲ ਕਰੀਏ ਬੈਟਰੀ ਦੀ ਤਾਂ ਕੰਪਨੀ ਵੱਲੋਂ 15 ਘੰਟੇ ਦਾ ਬੈਕਅਪ ਦਿੱਤਾ ਗਿਆ ਹੈ, ਪਰ ਇਹ 15 ਘੰਟੇ ਨਾਲੋਂ ਜ਼ਿਆਦਾ ਹੀ ਚੱਲਦਾ ਹੈ ਕਿਉਂਕਿ ਅਸੀਂ ਖੁਦ ਯੂਜ਼ ਕੀਤਾ ਹੈ ਤੇ ਇਹ ਬਹੁਤ ਹੀ ਕਮਾਲ ਦੀ ਪੈਕਿੰਗ ਵਿੱਚ ਆਇਆ ਹੈ। ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਨਾਲ ਸਾਨੂੰ USB ਕੇਬਲ ਤੇ AUX ਵੀ ਮਿਲੀ ਹੈ ਤੇ ਇੱਥੇ ਆਪਾਂ ਨੂੰ ਦੋ ਖੂਫੀਆ ਪੋਰਟ ਮਿਲ ਜਾਂਦੇ ਨੇ। ਸੋ ਨੀਚੇ ਤੋਂ ਆਪਾਂ ਇਸ ਨੂੰ ਔਨ ਕਰਦੇ ਹਾਂ ਤੇ ਉੱਤੋਂ ਇਹ ਪੂਰਾ ਟੱਚ ਹੈ ਤੇ ਜੇਕਰ ਤੁਸੀਂ ਵੋਲਿਊਮ ਘੱਟ ਵੱਧ ਕਰਨੀ ਹੈ ਤਾਂ ਸਾਈਡ ਤੋਂ ਕਰ ਸਕਦੇ ਹੋ। ਜੇਕਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਕੋਈ ਬਲੂਟੁੱਥ ਸਪੀਕਰ ਤਾਂ ਤੁਹਾਨੂੰ ਇਹਨਾਂ ਦੇ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ ਤੇ ਸਾਡਾ ਪ੍ਰੋਮੋ ਕੋਡ ਪੰਜਾਬ10 ਯੂਜ਼ ਕਰ ਲਿਓ, ਤੁਹਾਨੂੰ 10% ਤੱਕ ਦਾ ਡਿਸਕਾਊਂਟ ਵੀ ਮਿਲ ਜਾਵੇਗਾ। ਤੇ ਹੁਣ ਆਪਾਂ ਵੀਡੀਓ ਕੰਟੀਨਿਊ ਕਰਦੇ ਹਾਂ। ਤੇ ਇਹ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਰੌਥਚਾਈਲਡ ਫੈਮਿਲੀ ਤੋਂ। ਤੇ ਰੌਥਚਾਈਲਡ ਇਸ ਫੈਮਿਲੀ ਦਾ ਸਰਨੇਮ ਹੈ, ਜਿਵੇਂ ਕਿ ਲਹਿਲ ਪਰਿਵਾਰ ਹੋ ਗਿਆ, ਸੰਧੂ ਪਰਿਵਾਰ, ਸਿੱਧੂ ਪਰਿਵਾਰ, ਮਾਨ ਪਰਿਵਾਰ, ਸ਼ਰਮਾ, ਵਰਮਾ, ਇਦਾਂ ਦੇ ਸਾਰੇ ਪਰਿਵਾਰਾਂ ਦੇ ਵਾਂਗ ਇਹ ਵੀ ਇੱਕ ਪਰਿਵਾਰ ਦਾ ਸਰਨੇਮ ਹੈ। ਤੇ ਇਹ ਪਰਿਵਾਰ ਦੁਨੀਆ ਦਾ ਸਭ ਤੋਂ ਅਮੀਰ ਪਰਿਵਾਰ ਹੈ। ਤੇ ਇਹ ਕਿੰਨਾ ਕੁ ਅਮੀਰ ਪਰਿਵਾਰ ਹੈ, ਕੁਝ ਲੋਕ ਕਹਿੰਦੇ ਨੇ ਕਿ ਇਹ ਬਿਲ ਗੇਟਸ ਤੋਂ 10 ਗੁਣਾ ਜ਼ਿਆਦਾ ਅਮੀਰ ਪਰਿਵਾਰ ਹੈ, ਕੁਝ 100 ਕਹਿੰਦੇ ਨੇ ਤੇ ਕੁਝ 200। ਸਾਡੇ ਹਿਸਾਬ ਨਾਲ ਇਹ ਉਸ ਤੋਂ 1000 ਗੁਣਾ ਜ਼ਿਆਦਾ ਅਮੀਰ ਪਰਿਵਾਰ ਹੈ। ਤੇ ਇਹ ਪਰਿਵਾਰ ਕੀ ਕਰਦਾ ਹੈ? ਇਹ ਪਰਿਵਾਰ ਪੂਰੀ ਦੁਨੀਆ ਨੂੰ ਚਲਾਉਂਦਾ ਹੈ, ਮਤਲਬ ਲਗਭਗ ਪੂਰੀ ਦੁਨੀਆ ਇਸ ਦੇ ਇਸ਼ਾਰਿਆਂ ਤੇ ਹੀ ਚੱਲਦੀ ਹੈ। ਮਤਲਬ ਪੂਰੀ ਦੁਨੀਆ ਵਿੱਚੋਂ ਨਾਰਥ ਕੋਰੀਆ, ਕਿਊਬਾ, ਈਰਾਨ ਤੇ 2-4 ਦੇਸ਼ ਹੋਰ ਛੱਡ ਕੇ ਬਾਕੀ ਸਾਰੀ ਦੁਨੀਆ ਹੀ ਆ ਗਈ ਤੇ ਇਹ 4-5 ਦੇਸ਼ਾਂ ਤੇ ਇਸ ਦੀ ਹਕੂਮਤ ਨਹੀਂ ਚੱਲਦੀ, ਬਾਕੀ ਸਾਰੀ ਦੁਨੀਆ ਇਹਨਾਂ ਦੇ ਇਸ਼ਾਰਿਆਂ ਤੇ ਹੀ ਚੱਲਦੀ ਹੈ। ਤੇ ਹੁਣ ਤੁਸੀਂ ਬਹੁਤ ਸਾਰੇ ਸੋਚ ਰਹੇ ਹੋਣੇ ਆ ਕਿ ਐਵੇਂ ਕਿਵੇਂ ਇਹਨਾਂ ਦੇ ਇਸ਼ਾਰਿਆਂ ਤੇ ਦੁਨੀਆ ਚੱਲਦੀ ਹੈ। ਸੋ ਇਹ ਚੀਜ਼ ਨੂੰ ਸਮਝਾਉਣ ਲਈ ਬਹੁਤ ਹੀ ਲੰਬੀ ਵੀਡੀਓ ਬਣੂਗੀ, ਸੋ ਸ਼ਾਇਦ ਇਸ ਦੇ 2 ਪਾਰਟ ਵੀ ਬਣ ਸਕਦੇ ਨੇ ਤੇ ਫੇਰ ਵੀ ਮੋਟਾ ਜਿੰਨਾ ਹੋ ਸਕੇ ਇਸ ਦੇ ਵਿੱਚ ਕਵਰ ਕਰਦੇ ਜਾਵਾਂਗੇ। ਤੇ ਇਹ ਚੀਜ਼ ਨੂੰ ਸਮਝਣ ਲਈ ਸਾਨੂੰ 200-300 ਸਾਲ ਪਿੱਛੇ ਜਾਣਾ ਪੈਣਾ ਹੈ ਕਿ ਉਸ ਸਮੇਂ ਦੁਨੀਆ ਕਿਵੇਂ ਚੱਲਿਆ ਕਰਦੀ ਸੀ। ਇੱਕ ਤਾਂ ਉਸ ਸਮੇਂ ਰਾਜਿਆਂ ਮਹਾਰਾਜਿਆਂ ਦੇ ਸਿੱਕੇ ਚੱਲੇ ਹੀ ਕਰਦੇ ਸੀ ਜੋ ਕਿ ਸੋਨੇ ਚਾਂਦੀ ਦੇ ਹੁੰਦੇ ਸੀ ਤੇ ਇਸ ਤੋਂ ਇਲਾਵਾ ਇੱਕ ਹੋਰ ਤਰੀਕੇ ਨਾਲ ਵੀ ਸਮਾਨ ਦਾ ਲੈਣ ਦੇਣ ਕੀਤਾ ਜਾਂਦਾ ਸੀ, ਮਤਲਬ ਕਿ ਸਮਾਨ ਦੇ ਬਦਲੇ ਸਮਾਨ ਲੈਣਾ। ਮਤਲਬ ਕਿ ਇੱਕ ਪਿੰਡ ਦੇ ਵਿੱਚ ਕੋਈ ਮੱਛੀ ਪਾਲਣ ਕਰਦਾ ਹੁੰਦਾ ਸੀ, ਕੋਈ ਅਨਾਜ ਦੀ ਖੇਤੀ ਕਰਦਾ ਹੁੰਦਾ ਸੀ ਤੇ ਕੋਈ ਲੋਹਾਰ ਹੁੰਦਾ ਸੀ ਤੇ ਕੋਈ ਦੁੱਧ ਦਾ ਕੰਮ ਕਰਦਾ ਸੀ। ਪਰ ਇਸ ਦੇ ਵਿੱਚ ਪ੍ਰੋਬਲਮ ਇਹ ਸੀ ਕਿ ਜਦੋਂ ਲੋਹਾਰ ਨੂੰ ਦੁੱਧ ਚਾਹੀਦਾ ਸੀ ਤਾਂ ਦੁੱਧ ਵਾਲੇ ਨੂੰ ਲੋਹਾਰ ਦਾ ਭਾਂਡਾ ਕੋਈ ਚਾਹੀਦਾ ਹੀ ਨਹੀਂ ਸੀ। ਪਰ ਹਰ ਵਾਰ ਲੋਹਾਰ ਤੋਂ ਆਪਾਂ ਲੋਹਾ ਹੀ ਨਹੀਂ ਲੈ ਸਕਦੇ ਕਿਉਂਕਿ ਸਾਨੂੰ ਲੋੜ ਹੀ ਨਹੀਂ ਸੀ ਤੇ ਉਸ ਨੂੰ ਕੋਈ ਹੋਰ ਬੰਦਾ ਲੱਭਣਾ ਪੈਂਦਾ ਸੀ ਜਿਸ ਨੂੰ ਉਹ ਆਪਣਾ ਲੋਹੇ ਦਾ ਸਮਾਨ ਦੇ ਕੇ ਉਸ ਤੋਂ ਦੁੱਧ ਲੈ ਸਕੇ, ਅਨਾਜ ਲੈ ਸਕੇ, ਸਬਜ਼ੀ ਲੈ ਸਕੇ। ਤੇ ਇਸ ਕਾਰਨ ਫਿਰ ਚੀਜ਼ਾਂ ਕਰੰਸੀ ਦੇ ਉੱਤੇ ਨਿਰਭਰ ਹੋਣ ਲੱਗੀਆਂ ਤੇ ਸ਼ੁਰੂ ਤੋਂ ਹੀ ਸੋਨਾ ਚਾਂਦੀ ਪੂਰੇ ਟੌਪ ਤੇ ਰਹੀ ਹੈ ਤੇ ਉਹ ਉਸ ਸਮੇਂ ਵੀ ਮਾਨਤਾ ਪ੍ਰਾਪਤ ਸੀ ਤੇ ਇਸ ਦੇ ਬਦਲੇ ਕਿਤੇ ਵੀ ਸਮਾਨ ਦਾ ਲੈਣ ਦੇਣ ਕੀਤਾ ਜਾ ਸਕਦਾ ਸੀ ਪੂਰੀ ਦੁਨੀਆ ਵਿੱਚ। ਤੇ ਇਸ ਤੋਂ ਇਲਾਵਾ ਹੀਰੇ ਮੋਤੀ ਤਾਂ ਹੈ ਹੀ ਸੀ, ਪਰ ਸੋਨਾ ਚਾਂਦੀ ਨੂੰ ਢਾਲ ਕੇ ਇਸ ਤੋਂ ਕਈ ਚੀਜ਼ਾਂ ਨੂੰ ਬਣਾਉਣਾ ਜਿਵੇਂ ਕਿ ਸਿੱਕੇ ਵਗੈਰਾ ਇਹ ਕੰਮ ਆਸਾਨ ਸੀ। ਸੋ ਤਾਂ ਕਰਕੇ ਸੋਨਾ ਚਾਂਦੀ ਨੂੰ ਉਸ ਸਮੇਂ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ, ਮਤਲਬ ਕੁੱਲ ਮਿਲਾ ਕੇ ਵਰਲਡ ਵਾਈਡ ਐਕਸੈਪਟਡ ਚੀਜ਼ ਸੀ। ਤੇ ਅੱਜ ਵੀ ਸੋਨਾ ਚਾਂਦੀ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਤੇ ਸੋਨਾ ਚਾਂਦੀ ਦੇ ਜਦੋਂ ਸਿੱਕੇ ਬਣਨ ਲੱਗੇ ਤਾਂ ਸੋਨਾ ਇੱਕ ਟ੍ਰੇਡ ਦਾ ਜ਼ਰੀਆ ਬਣ ਗਿਆ, ਮਤਲਬ ਇਹਨਾਂ ਦੇ ਨਾਲ ਹੁਣ ਲੈਣ ਦੇਣ ਕੀਤਾ ਜਾਣ ਲੱਗਿਆ। ਪਰ ਇਸ ਸਮੇਂ ਵੀ ਇੱਕ ਪ੍ਰੋਬਲਮ ਸੀ, ਇੱਕ ਤਾਂ ਸੋਨੇ ਦਾ ਵਜ਼ਨ ਤੇ ਦੂਜੀ ਉਸ ਦੀ ਸਿਕਿਉਰਿਟੀ। ਮਤਲਬ ਜਦੋਂ ਕੋਈ ਵੱਡੀ ਖਰੀਦਦਾਰੀ ਕਰਨੀ ਹੁੰਦੀ ਸੀ ਤਾਂ ਸਿੱਕਿਆਂ ਦਾ ਅਲੱਗ ਝੋਲਾ ਜਾਂ ਬੈਗ ਲੈ ਕੇ ਜਾਣਾ ਪੈਂਦਾ ਸੀ ਤੇ ਦੂਜਾ ਨੰਬਰ ਉਸ ਸਮੇਂ ਵੀ ਸੋਨੇ ਦੀ ਚੋਰੀ ਹੁੰਦੀ ਸੀ ਤੇ ਇਸ ਦੀ ਸਿਕਿਉਰਿਟੀ ਕਰਨੀ ਇਕੱਲੇ ਬੰਦੇ ਲਈ ਥੋੜੀ ਮੁਸ਼ਕਲ ਸੀ। ਤੇ ਫਿਰ ਇਹ ਚੀਜ਼ ਨੂੰ ਸੋਲਵ ਕਰਨ ਲਈ ਇਸ ਵਿੱਚ ਐਂਟਰੀ ਹੋਈ ਸੁਨਿਆਰ ਦੀ, ਮਤਲਬ ਕਿ ਸੇਠ ਲੋਕ। ਤੇ ਫਿਰ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣਾ ਸੋਨਾ ਸਾਡੇ ਕੋਲ ਰੱਖੋ
ਤੇ ਉਸ ਦੇ ਬਦਲੇ ਅਸੀਂ ਤੁਹਾਨੂੰ ਇੱਕ ਰਸੀਦ ਦੇ ਦਿਆਂਗੇ ਕਿ ਤੁਹਾਡੇ 10 ਸਿੱਕੇ ਸਾਡੇ ਕੋਲ ਪਏ ਨੇ ਜਾਂ ਤੁਹਾਡੇ 50 ਸਿੱਕੇ ਸਾਡੇ ਕੋਲ ਨੇ। ਤੇ ਜਦੋਂ ਵੀ ਤੁਸੀਂ ਉਹਨਾਂ ਨੂੰ ਲੈ ਕੇ ਜਾਣਾ ਹੈ ਉਦੋਂ ਸਾਨੂੰ ਤੁਸੀਂ ਉਸ ਨੂੰ ਸਾਂਭਣ ਦੀ ਅੱਧਾ ਸਿੱਕਾ ਜਾਂ ਫਿਰ ਸਿੱਕੇ ਦਾ ਥੋੜਾ ਬਹੁਤ ਟੁਕੜਾ ਦੇ ਦਿਓ ਫੀਸ ਦੇ ਤੌਰ ਤੇ ਫਿਰ ਹੁਣ ਲੋਕਾਂ ਨੂੰ ਰਸੀਦ ਮਿਲਣ ਲੱਗ ਗਈ ਸੀ। ਤੇ ਹੁਣ ਜਦੋਂ ਲੋਕਾਂ ਨੇ ਖਰੀਦ ਕਰਨੀ ਹੁੰਦੀ ਸੀ ਤਾਂ ਉਹ ਪਹਿਲਾਂ ਸੁਨਿਆਰ ਕੋਲ ਜਾਂਦੇ ਸੀ ਤੇ ਉਸ ਨੂੰ ਰਸੀਦ ਦਿੰਦੇ ਸੀ ਤੇ ਸੋਨਾ ਲੈ ਕੇ ਆਉਂਦੇ ਸੀ ਤੇ ਫਿਰ ਖਰੀਦ ਕਰਦੇ ਸੀ। ਤੇ ਇਸੇ ਤਰ੍ਹਾਂ ਜਦੋਂ ਵੀ ਕੁਝ ਖਰੀਦਣਾ ਹੁੰਦਾ ਸੀ ਵਾਰ-ਵਾਰ ਸੁਨਿਆਰ ਕੋਲ ਜਾਣਾ ਪੈਂਦਾ ਸੀ ਤੇ ਹਰ ਇੱਕ ਬੰਦੇ ਕੋਲ ਫਿਰ ਐਦਾਂ ਦੀਆਂ ਰਸੀਦਾਂ ਇਕੱਠੀਆਂ ਹੋ ਗਈਆਂ ਸੀ। ਕਿਸੇ ਕੋਲ 10 ਸਿੱਕਿਆਂ ਦੀ ਰਸੀਦ ਸੀ, ਕਿਸੇ ਕੋਲ 20 ਦੀ, ਕਿਸੇ ਕੋਲ 50 ਦੀ। ਤੇ ਫਿਰ ਲੋਕਾਂ ਨੇ ਸੋਚਿਆ ਕਿ ਅਸੀਂ ਬਾਰ-ਬਾਰ ਸੁਨਿਆਰ ਕੋਲ ਕਿਉਂ ਜਾਈਏ ਤੇ ਉਸ ਨੂੰ ਹਰ ਵਾਰ ਲੈਣ ਦੇਣ ਦੀ ਫੀਸ ਕਿਉਂ ਦਈਏ, ਆਪਾਂ ਆਪਸ ਵਿੱਚ ਹੀ ਰਸੀਦ ਨਾਲ ਹੀ ਲੈਣ ਦੇਣ ਕਰ ਲੈਂਦੇ ਆ ਕਿਉਂਕਿ ਸੋਨਾ ਤਾਂ ਸੁਨਿਆਰ ਕੋਲ ਪਿਆ ਹੀ ਹੈ। ਤੇ ਇਸ ਤੋਂ ਬਾਅਦ ਫਿਰ ਜਦੋਂ ਲੋਕਾਂ ਨੇ ਰਸੀਦਾਂ ਨਾਲ ਹੀ ਲੈਣ ਦੇਣ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਸੁਨਿਆਰਾਂ ਦੇ ਕੋਲ ਜੋ ਸੋਨਾ ਪਿਆ ਸੀ ਉਹ ਉਹਨਾਂ ਕੋਲੇ ਪਿਆ ਰਹਿੰਦਾ ਸੀ। ਤੇ ਸੁਨਿਆਰਾਂ ਨੂੰ ਫਾਇਦਾ ਤਾਂ ਹੋਵੇ ਜੇ ਕੋਈ ਉਸ ਨੂੰ ਲੈ ਕੇ ਜਾਵੇ ਤੇ ਫੀਸ ਦੇਵੇ ਰੱਖਣ ਦੀ, ਪਰ ਉਸ ਨੂੰ ਕੋਈ ਲੈਣ ਹੀ ਨਹੀਂ ਆਉਂਦਾ ਸੀ ਕਿਉਂਕਿ ਪਰਚੀਆਂ ਨਾਲ ਹੀ ਅਦਲਾ ਬਦਲੀ ਹੋ ਰਹੀ ਸੀ ਤੇ ਸੁਨਿਆਰਾਂ ਨੂੰ ਹੁਣ ਉਹ ਸੋਨੇ ਤੋਂ ਕੋਈ ਆਮਦਨ ਨਹੀਂ ਹੋ ਰਹੀ ਸੀ, ਉਹ ਉਹਨਾਂ ਦੇ ਕੋਲ ਹੀ ਜਮਾ ਪਿਆ ਰਿਹਾ। ਤਾਂ ਇਸ ਤੋਂ ਬਾਅਦ ਫਿਰ ਸੇਠ ਲੋਕਾਂ ਦੇ ਦਿਮਾਗ ਵਿੱਚ ਹੁਸ਼ਿਆਰੀ ਆ ਗਈ ਤੇ ਆਪਣੇ ਲੋਕਾਂ ਲਈ ਇਹ ਗੱਲ ਕਿਸੇ ਨੇ ਬਹੁਤ ਹੀ ਟਿਕਾ ਕੇ ਲਿਖੀ ਆ ਕਿ ਸਭ ਕੁਝ ਸਿੱਖਾ ਹਮਨੇ ਨਾ ਸਿੱਖੀ ਹੁਸ਼ਿਆਰੀ। ਤੇ ਇਹ ਦੇਸ਼ ਦਾ ਘਾਟੇ ਵਿੱਚ ਜਾਣ ਦਾ ਸਭ ਤੋਂ ਵੱਡਾ ਫਾਰਮੂਲਾ ਹੈ, ਸਭ ਤੋਂ ਵੱਡਾ ਕਾਰਨ। ਤੇ ਇਸ ਤੋਂ ਬਾਅਦ ਫਿਰ ਕਿਸੇ ਮਾਸਟਰਮਾਈਂਡ ਦੇ ਦਿਮਾਗ ਵਿੱਚ ਆਇਆ ਕਿ ਜੇਕਰ ਲੋਕ ਇਹ ਸੋਨੇ ਨੂੰ ਨਹੀਂ ਲੈ ਕੇ ਜਾਂਦੇ ਤਾਂ ਕੀ ਹੋਇਆ, ਆਪਾਂ ਇਸ ਨੂੰ ਕਿਸੇ ਕੰਮ ਤੇ ਲਾਉਨੇ ਆ। ਤੇ ਇਸ ਤੋਂ ਬਾਅਦ ਫਿਰ ਸੇਠ ਲੋਕਾਂ ਨੇ ਕੀ ਕੀਤਾ, ਉਹਨਾਂ ਨੇ ਨਕਲੀ ਰਸੀਦਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮਤਲਬ ਕਿ ਰਸੀਦਾਂ ਛਾਪ ਕੇ ਉਹਨਾਂ ਨੇ ਲੋਨ ਦੇਣਾ ਸ਼ੁਰੂ ਕਰ ਦਿੱਤਾ। ਮਤਲਬ ਲੋਨ ਦੇਣ ਦਾ ਪੂਰਾ ਫਾਰਮੂਲਾ ਇਹਨਾਂ ਲੋਕਾਂ ਨੇ ਹੀ ਬਣਾਇਆ ਸੀ ਤੇ ਉਹ ਰਸੀਦ ਤੇ ਲਿਖਿਆ ਹੁੰਦਾ ਸੀ ਕਿ ਮੈਂ ਤੁਹਾਨੂੰ 10 ਸਿੱਕੇ ਜਾਂ 20 ਸਿੱਕੇ ਦੇਣ ਦਾ ਵਚਨ ਦਿੰਨਾ ਕਿ ਤੂੰ ਮੇਰੇ ਤੋਂ 10 ਸਿੱਕਿਆਂ ਦੀ ਰਸੀਦ ਲੈ ਜਾ ਤੇ ਉਸ ਦੇ ਬਦਲੇ ਕੋਈ ਕੀਮਤੀ ਚੀਜ਼ ਦੀ ਗਾਰੰਟੀ ਦੇ ਜਾ ਤੇ ਸਾਲ 2 ਸਾਲ ਬਾਅਦ ਜਿੰਨੇ ਸਿੱਕਿਆਂ ਦੀ ਪਰਚੀ ਹੈ ਉਨੇ ਸਿੱਕੇ ਤੂੰ ਮੈਨੂੰ ਵਾਪਸ ਦੇਣੇ ਆ ਤੇ ਉਹ ਵੀ 10% ਵਿਆਜ ਦੇ ਨਾਲ। ਮਤਲਬ ਸੇਠ ਨੇ ਇੱਕ 10 ਸਿੱਕਿਆਂ ਦੀ ਪਰਚੀ ਬਣਾ ਕੇ ਉਸ ਨੂੰ ਦੇ ਦਿੱਤੀ ਪਰ ਉਸ ਤੋਂ ਅਸਲੀ 10 ਸਿੱਕੇ ਲੈਣੇ ਆ। ਤੇ ਐਗਜ਼ਾਮਪਲ ਦੀ ਤੌਰ ਤੇ ਬੇਸ਼ੱਕ ਹੁਣ ਸੇਠ ਦੇ ਕੋਲ 200 ਸਿੱਕੇ ਨੇ ਤੇ ਜੇਕਰ ਉਹਨੇ 10-10 ਸਿੱਕਿਆਂ ਦੀਆਂ 20 ਪਰਚੀਆਂ ਬਣਾਤੀਆਂ ਤਾਂ ਸਮਝੋ ਉਹ 200 ਸਿੱਕੇ ਦੀਆਂ ਪਰਚੀਆਂ ਬਣ ਚੁੱਕੀਆਂ ਸੀ। ਪਰ ਇਸ ਤੋਂ ਬਾਅਦ ਵੀ ਉਹ ਹੋਰ ਪਰਚੀਆਂ ਬਣਾਉਂਦੇ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕ ਵਾਰ ਹੀ ਸਾਰੇ ਬੰਦੇ ਹੀ ਆਪਣਾ ਸੋਨਾ ਨਹੀਂ ਲੈਣ ਆਉਣਗੇ ਤੇ ਇਹ ਵਿਆਜ ਦਾ ਕਨਸੈਪਟ ਉਦੋਂ ਹੀ ਸ਼ੁਰੂ ਹੋਇਆ ਸੀ। ਤੇ ਉਸ ਤੋਂ ਬਾਅਦ ਫਿਰ ਇਹ ਰਸੀਦਾਂ ਦਾ ਕਨਸੈਪਟ ਹੌਲੀ-ਹੌਲੀ ਇੰਨਾ ਵੱਧਦਾ ਗਿਆ ਕਿ ਅੱਜ ਤੱਕ ਨਹੀਂ ਖਤਮ ਹੋਇਆ। ਤੇ ਇਹ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਵੀ ਇੱਕ ਰਸੀਦ ਹੈ ਤੇ ਅੱਜ ਆਪਾਂ ਇਸ ਨੂੰ 100 ਦਾ ਨੋਟ ਵੀ ਕਹਿੰਦੇ ਆ ਪਰ ਹੈ ਇਹ ਇੱਕ ਰਸੀਦ ਆ। ਤੇ ਇਸ ਦੇ ਉੱਤੇ ਕੀ ਲਿਖਿਆ ਹੈ ਕਿ ਮੈਂ ਧਾਰਕ को 100 रुपया अदा करने का वचन देता हूं। सो यही सब कुछ ਉਹ ਪੁਰਾਣੀਆਂ ਰਸੀਦਾਂ ਤੇ ਲਿਖਿਆ ਹੁੰਦਾ ਸੀ। ਸੋ ਇਹ ਵਚਨ ਹੀ ਸਾਨੂੰ ਅੱਜ ਤੱਕ ਗੁਲਾਮ ਬਣਾਈ ਬੈਠਾ ਹੈ ਕਿਉਂਕਿ ਇਨਸਾਨ ਅੱਜ 80-90% ਕੰਮ ਸਿਰਫ ਇਸ ਕਰਕੇ ਹੀ ਕਰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਰਸੀਦਾਂ ਇਕੱਠੀਆਂ ਕਰ ਲਾਂ ਕਿਉਂਕਿ ਅੱਜ ਇਹ ਚੀਜ਼ ਦਾ ਮੁੱਲ ਹੈ ਪਰ ਇਹ ਕਦੋਂ ਬੰਦ ਹੋ ਜਾਂਦੀ ਹੈ ਇਸ ਦਾ ਕੋਈ ਅਤਾ ਪਤਾ ਨਹੀਂ। ਇਨਸਾਨ ਉਹ ਚੀਜ਼ ਤੋਂ ਦੂਰ ਹੋ ਚੁੱਕਿਆ ਹੈ ਜਿਸ ਦਾ ਅਸਲੀ ਮੁੱਲ ਹੈ, ਜਿਵੇਂ ਕਿ ਸੋਨਾ, ਚਾਂਦੀ, ਹੀਰੇ ਮੋਤੀ, ਜ਼ਮੀਨ ਜਾਇਦਾਦ, ਏਦਾਂ ਦੀਆਂ ਠੋਸ ਚੀਜ਼ਾਂ ਤੋਂ ਇਨਸਾਨ ਨੂੰ ਦੂਰ ਕੀਤਾ ਜਾ ਰਿਹਾ ਹੈ ਬਲਕਿ ਇਨਸਾਨ ਉਹ ਚੀਜ਼ ਦੇ ਪਿੱਛੇ ਦੌੜ ਰਿਹਾ ਹੈ ਜਿਸ ਦਾ ਕੋਈ ਅਤਾ ਪਤਾ ਨਹੀਂ ਕਿ ਉਸਨੇ ਕਦੋਂ 12 ਵਜੇ ਤੋਂ ਬਾਅਦ ਬੰਦ ਹੋ ਜਾਣਾ। ਤੇ ਅਸੀਂ ਆਮ ਤੌਰ ਤੇ ਦੇਖਿਆ ਹੈ ਕਿ ਸਾਡੇ ਬਜ਼ੁਰਗਾਂ ਦੇ ਸਮੇਂ ਜੋ ਰੁਪਈਏ, ਸਿੱਕੇ ਜਾਂ ਨੋਟ ਚੱਲਦੇ ਸੀ ਉਹ ਅੱਜ ਨਹੀਂ ਚੱਲਦੇ, ਅੱਜ ਕੁਝ ਹੋਰ ਚੱਲ ਰਿਹਾ ਹੈ। ਤੇ ਸਾਡੇ ਸਮੇਂ ਦੇ ਜੋ 500,000 ਦੇ ਸੀ ਉਹ ਵੀ ਨਹੀਂ ਚੱਲ ਰਹੇ ਤੇ ਜੋ ਅੱਜ ਚੱਲ ਰਹੇ ਨੇ ਉਹ ਵੀ ਨਹੀਂ ਚੱਲਣਗੇ ਆਉਣ ਵਾਲੇ ਸਮੇਂ ਵਿੱਚ। ਪਰ ਜੋ ਸੋਨਾ, ਚਾਂਦੀ, ਹੀਰੇ ਮੋਤੀ ਉਦੋਂ ਸੀ ਉਹ ਅੱਜ ਵੀ ਨੇ, ਉਹਨਾਂ ਦੀ ਜੋ ਕੀਮਤ ਉਦੋਂ ਸੀ ਉਹਨਾਂ ਨਾਲੋਂ ਦੁੱਗਣੀ ਅੱਜ ਵੀ ਹੈ। ਸੋ ਤੁਸੀਂ ਇਹ ਤਾਂ ਸਮਝ ਚੁੱਕੇ ਹੋਵੋਗੇ ਕਿ ਇਨਸਾਨ ਗੁਲਾਮ ਕਿਵੇਂ ਬਣਦਾ ਜਾ ਰਿਹਾ ਹੈ ਹੌਲੀ ਹੌਲੀ ਕਿਉਂਕਿ ਉਸ ਕੋਲ ਕੋਈ ਠੋਸ ਚੀਜ਼ ਨਹੀਂ ਹੈ ਆਪਣੇ ਆਪ ਨੂੰ ਸਰਵਾਈਵ ਕਰਨ ਲਈ। ਤੇ ਜਿਸ ਆਦਮੀ ਦੇ ਦਿਮਾਗ ਵਿੱਚ ਇਹ ਹੁਸ਼ਿਆਰੀ ਆਈ ਸੀ ਉਸ ਦਾ ਨਾਮ ਸੀ ਮੇਅਰ ਐਮਸ਼ਲ ਰੌਥਚਾਈਲਡ ਤੇ ਇਹ ਇਨਸਾਨ ਦਾ ਜਨਮ 23 ਫਰਵਰੀ 1740 ਵਿੱਚ ਜਰਮਨੀ ਦੀ ਫਰੈਂਕਫਰਟ ਨਾਮ ਦੀ ਜਗ੍ਹਾ ਤੇ ਹੋਇਆ ਸੀ। ਤੇ ਉਸ ਬੰਦੇ ਨੇ ਬੈਂਕ ਦੀ ਸਥਾਪਨਾ ਕੀਤੀ ਸੀ ਤੇ ਉਸ ਨੂੰ ਸਮਝ ਆ ਗਿਆ ਸੀ ਕਿ ਜੋ ਇਹ ਕਨਸੈਪਟ ਹੈ ਲੋਕਾਂ ਨੂੰ ਫਰਜ਼ੀ ਰਸੀਦ ਬਣਾ ਕੇ ਦੇਣ ਵਾਲਾ, ਇਹ ਉਸ ਨੂੰ ਬਹੁਤ ਹੀ ਅਮੀਰ ਬਣਾ ਸਕਦਾ ਹੈ। ਅਮੀਰ ਹੀ ਨਹੀਂ ਬਲਕਿ ਬਾਦਸ਼ਾਹ ਬਣਾ ਸਕਦਾ ਹੈ। ਤੇ ਲੋਨ ਦੇ ਕੇ ਉਸ ਤੋਂ ਵਿਆਜ ਲੈ ਕੇ ਆਪ ਖੁਦ ਬਾਦਸ਼ਾਹ ਬਣ ਜਾਣ ਵਾਲਾ ਇਹ ਕਨਸੈਪਟ ਬਹੁਤ ਹੀ ਖਤਰਨਾਕ ਸੀ।
ਇੱਕ ਤਰ੍ਹਾਂ ਆਪਣੇ ਆਪ ਹੀ ਮਨੀ ਕ੍ਰੀਏਟ ਕਰਨ ਵਾਲਾ ਕਨਸੈਪਟ ਸੀ ਤੇ ਜੇਕਰ ਮੈਂ ਇਹ ਫਰਜ਼ੀ ਰਸੀਦਾਂ ਛਾਪ ਕੇ ਪੂਰੀ ਦੁਨੀਆ ਵਿੱਚ ਇਹ ਕਨਸੈਪਟ ਨੂੰ ਫੈਲਾ ਦਵਾਂ ਤਾਂ ਮੈਂ ਬਹੁਤ ਵੱਡਾ ਬਾਦਸ਼ਾਹ ਬਣ ਸਕਦਾ ਤੇ ਅੱਜ ਉਹ ਸੱਚਮੁੱਚ ਬਾਦਸ਼ਾਹ ਬਣ ਚੁੱਕਿਆ ਹੈ ਕਿਉਂਕਿ ਉਸਨੇ ਦਿਮਾਗ ਹੀ ਬਹੁਤ ਲੀਗਲੀ ਤਰੀਕੇ ਨਾਲ ਲਾਇਆ ਸੀ। ਤੇ ਇਹ ਫਿਰ ਪੂਰੀ ਦੁਨੀਆ ਵਿੱਚ ਕਿਵੇਂ ਗੇਮ ਆਈ ਇਸ ਬਾਰੇ ਵੀ ਥੋੜੀ ਨਜ਼ਰ ਮਾਰਦੇ ਹਾਂ। ਤੇ ਉਸ ਦੇ ਕੋਲ ਹੋਏ ਸੀ 5 ਬੱਚੇ, ਨੇਥਨ, ਸੋਲੋਮਨ, ਕਾਰਲ, ਜੇਮਸ ਤੇ ਐਮਚਲ ਰੌਥਚਾਈਲਡ। ਤੇ ਉਹਨਾਂ ਵਿੱਚੋਂ ਇੱਕ ਨੂੰ ਇੰਗਲੈਂਡ ਭੇਜਿਆ ਤੇ ਇੱਕ ਨੂੰ ਆਸਟਰੀਆ ਤੇ ਇੱਕ ਨੂੰ ਇਟਲੀ ਤੇ ਇੱਕ ਨੂੰ ਫਰਾਂਸ ਪੈਰਿਸ ਦੇ ਵਿੱਚ ਭੇਜਿਆ ਤੇ ਇੱਕ ਨੂੰ ਆਪਣੇ ਕੋਲ ਫਰੈਂਕਫਰਟ ਵਿੱਚ ਹੀ ਰੱਖ ਲਿਆ। ਤੇ ਉਹਨਾਂ ਸਾਰੀਆਂ ਥਾਵਾਂ ਤੇ ਜਾ ਕੇ ਫਿਰ ਉਹਨਾਂ ਨੇ ਬੈਂਕ ਖੋਲ ਦਿੱਤੇ ਤੇ ਫਿਰ ਸਾਰੀ ਪਾਵਰ ਬੈਂਕਾਂ ਦੇ ਕੋਲ ਚਲੀ ਗਈ। ਤੇ ਇਸ ਤੋਂ ਬਾਅਦ ਸੋਨਾ ਚਾਂਦੀ ਤੋਂ ਇਲਾਵਾ ਇੱਕ ਸੌਖੀ ਚੀਜ਼ ਦੁਨੀਆ ਕੋਲ ਆ ਗਈ ਸੀ ਜਿਸ ਨੂੰ ਅਸੀਂ ਨੋਟਾਂ ਦੇ ਰੂਪ ਵਿੱਚ ਦੇਖਦੇ ਹਾਂ। ਤੇ ਅੱਜ ਹਰ ਇੱਕ ਕੋਲ ਸੋਨਾ ਚਾਂਦੀ ਨਹੀਂ ਹੋਵੇਗਾ ਜਾਂ ਫਿਰ ਬਹੁਤ ਹੀ ਘੱਟ ਹੋਵੇਗਾ, ਪਰ ਪੈਸੇ ਹਰ ਇੱਕ ਘਰ ਦੇ ਵਿੱਚ ਜ਼ਰੂਰ ਇਕੱਠੇ ਕਰਕੇ ਰੱਖੇ ਹੁੰਦੇ ਨੇ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਹੋਰ ਸ਼ਾਤਰ ਦਿਮਾਗ ਲਗਾਏ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ। ਉਸ ਸਮੇਂ ਕੋਈ ਐਂਟਰਟੇਨਮੈਂਟ ਇੰਡਸਟਰੀ ਨਹੀਂ ਸੀ, ਕੋਈ ਫੈਸ਼ਨ ਨਹੀਂ ਸੀ। ਉਸ ਸਮੇਂ ਜੇਕਰ ਕਮਾਈ ਹੁੰਦੀ ਸੀ ਤਾਂ ਉਹ ਵਾਰਸ ਤੋਂ ਹੁੰਦੀ ਸੀ। ਉਦੋਂ ਇਹ ਲੋਕ ਜੰਗ ਕਰਵਾਉਂਦੇ ਹੁੰਦੇ ਸੀ ਆਪਸ ਦੇਸ਼ਾਂ ਵਿੱਚ। ਤੇ ਉਸ ਦੀ ਵੀ ਤੁਹਾਨੂੰ ਇੱਕ ਉਦਾਹਰਨ ਦਿੰਨੇ ਆ। ਜਦੋਂ ਫਰਾਂਸ ਤੇ ਇੰਗਲੈਂਡ ਦਾ ਯੁੱਧ ਹੋਇਆ ਸੀ ਉਦੋਂ ਫਰਾਂਸ ਤੋਂ ਨੈਪੋਲੀਅਨਸ ਨੂੰ ਜੇਮਸ ਰੌਥਚਾਈਲਡ ਦੇ ਬੈਂਕ ਨੇ ਫੰਡ ਕੀਤਾ ਸੀ ਤੇ ਇੰਗਲੈਂਡ ਵੱਲੋਂ ਨੇਥਨ ਰੌਥਚਾਈਲਡ ਦੇ ਬੈਂਕ ਨੇ ਉੱਥੋਂ ਦੇ ਰਾਜੇ ਵੈਲਿੰਗਟਨ ਨੂੰ ਫੰਡ ਕੀਤਾ ਵੀ ਤੁਸੀਂ ਲੜੋ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਅਸੀਂ ਤੁਹਾਨੂੰ ਫੰਡ ਕਰਾਂਗੇ। ਜਦ ਕਿ ਨੇਥਨ ਤੇ ਜੇਮਸ ਦੋਨੋਂ ਭਾਈ ਸੀ, ਦੋਨੋਂ ਰੌਥਚਾਈਲਡ ਫੈਮਿਲੀ ਦੇ ਹੀ ਬੱਚੇ ਸੀ। ਸੋ ਇਹ ਫੈਮਿਲੀ ਆਮ ਬੰਦਿਆਂ ਨੂੰ ਨਹੀਂ ਬਲਕਿ ਵੱਡੇ ਵੱਡੇ ਦੇਸ਼ਾਂ ਨੂੰ ਆਪਸ ਵਿੱਚ ਲੜਾਉਂਦੀ ਹੈ। ਤੇ ਹੁਣ ਜੰਗ ਵਿੱਚ ਕੋਈ ਦੇਸ਼ ਹਾਰੇ ਜਾਂ ਜਿੱਤੇ ਫਾਇਦਾ ਰੌਥਚਾਈਲਡ ਫੈਮਿਲੀ ਨੂੰ ਹੀ ਹੋਣਾ ਹੈ ਕਿਉਂਕਿ ਉਦੋਂ ਜਿੱਤਿਆ ਹੋਇਆ ਦੇਸ਼ ਹਾਰੇ ਹੋਏ ਦੇਸ਼ ਨੂੰ ਗੁਲਾਮ ਬਣਾ ਲੈਂਦਾ ਸੀ ਤੇ ਜਿੱਤਿਆ ਹੋਇਆ ਦੇਸ਼ ਇਹਨਾਂ ਦਾ ਫੰਡ ਜਾਂ ਕਰਜ਼ਾ ਤਾਰਦਾ ਰਹਿੰਦਾ ਸੀ। ਸੋ ਇਸ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਦੇਸ਼ਾਂ ਨੂੰ ਗੁਲਾਮ ਬਣਾਇਆ ਤੇ ਪਿਛਲੇ 100-200 ਸਾਲਾਂ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਉਹਨਾਂ ਵਿੱਚੋਂ ਸਭ ਤੋਂ ਵੱਡੀ ਗੇਮ ਸੀ ਇਹਨਾਂ ਦੀ ਵਰਲਡ ਵਾਰ 1-2 ਦੇ ਵਿੱਚ। ਤੇ ਵਰਲਡ ਵਾਰ 1-2 ਇਹਨਾਂ ਨੇ ਕਰਵਾ ਕੇ ਉਸ ਵਿੱਚ ਕਿੰਨਾ ਹੀ ਅਸਲਾ ਵੇਚਿਆ, ਇਹ ਆਮ ਇਨਸਾਨ ਦੀ ਸੋਚ ਤੋਂ ਵੀ ਬਹੁਤ ਦੂਰ ਦੀ ਗੱਲ ਹੈ। ਸੋ ਹੁਣ ਤੁਹਾਨੂੰ ਸ਼ਾਇਦ ਥੋੜਾ ਸਮਝ ਆ ਰਿਹਾ ਹੋਵੇਗਾ ਕਿ ਇੰਡੀਆ ਪਾਕਿਸਤਾਨ ਦੀ ਆਪਸੀ ਲੜਾਈ ਨਹੀਂ ਹੁੰਦੀ ਜਾਂ ਚਾਈਨਾ ਦੀ ਜਾਂ ਹੋਰ ਕਿਸੇ ਵੀ ਕੰਟਰੀ ਦੀ, ਇਸ ਦੇ ਪਿੱਛੇ ਬਹੁਤ ਸਾਰੇ ਮਾਸਟਰਮਾਈਂਡ ਲੱਗੇ ਹੁੰਦੇ ਨੇ ਤੇ ਉਹਨਾਂ ਨੂੰ ਕੀ ਫਾਇਦਾ ਹੁੰਦਾ ਇਹ ਸਭ ਕਰਾ ਕੇ। ਇਹ ਚੀਜ਼ਾਂ ਤੁਹਾਨੂੰ ਅੱਗੇ ਕਵਰ ਹੋਣਗੀਆਂ। ਤੇ ਹੁਣ ਜੋ ਚਾਈਨਾ ਦੇ ਵਿੱਚ ਕੋਈ ਸਮਾਨ ਵੇਚ ਰਿਹਾ ਹੈ ਜਾਂ ਫਿਰ ਇੰਡੀਆ ਦੇ ਵਿੱਚ ਵੇਚ ਰਿਹਾ ਹੈ ਉਸ ਨੂੰ ਕੋਈ ਲੈਣਾ ਦੇਣਾ ਨਹੀਂ ਜੰਗ ਨਾਲ। ਵੇਚਣ ਵਾਲਾ ਵੇਚ ਰਿਹਾ ਹੈ ਤੇ ਇੰਡੀਆ ਵਿੱਚ ਖਰੀਦਣ ਵਾਲਾ ਖਰੀਦ ਵੀ ਰਿਹਾ ਹੈ ਤੇ ਆਪਣੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨੂੰ ਵੀ ਇਹ ਪੂਰੀ ਤਰ੍ਹਾਂ ਫੰਡ ਕਰਦੇ ਨੇ ਤੇ ਪੂਰੇ ਦਾ ਪੂਰਾ ਮੀਡੀਆ ਵੀ ਖਰੀਦ ਕੇ ਰੱਖਦੇ ਨੇ ਤੇ ਪੂਰਾ ਸਟਾਰ ਚੈਨਲ ਵੀ ਇਹਨਾਂ ਦਾ ਹੀ ਹੈ ਤੇ ਸੋਨੀ ਚੈਨਲ ਵੀ, ਜਿਵੇਂ ਕਿ ਸੋਨੀ ਪਿਕਚਰ ਐਂਟਰਟੇਨਮੈਂਟ ਨਾਮ ਦੀ ਇੱਕ ਕੰਪਨੀ ਹੈ ਅਮਰੀਕਨ, ਉਹ ਵੀ ਇਹਨਾਂ ਦੀ ਉਹ ਹੈ। ਤੇ ਇਸ ਤੋਂ ਇਲਾਵਾ 21 ਸੈਂਚੁਰੀ ਫੌਕਸ ਨਾਮ ਦੀ ਇੱਕ ਅਮਰੀਕਨ ਮੀਡੀਆ ਕੰਪਨੀ ਹੈ ਜੋ ਸਟਾਰ ਚੈਨਲ ਚਲਾਉਂਦੀ ਹੈ ਪੂਰੇ ਏਸ਼ੀਆ ਦੇ ਵਿੱਚ, ਜਿਸ ਦੇ ਵਿੱਚ ਜਾਪਾਨ, ਚਾਈਨਾ ਤੇ ਆਪਣੇ ਨਾਲ ਹੋਰ ਕਈ ਦੇਸ਼ ਆ ਜਾਂਦੇ ਨੇ। ਸੋ ਕੁੱਲ ਮਿਲਾ ਕੇ ਬੈਂਕ ਵੀ ਇਹਨਾਂ ਦੇ ਨੇ, ਮੀਡੀਆ ਵੀ ਇਹਨਾਂ ਦਾ ਹੈ ਤੇ ਪੂਰੇ ਦੀ ਪੂਰੀ ਸਰਕਾਰ ਵੀ ਇਹਨਾਂ ਦੀ ਆ। ਤੇ ਜਦੋਂ ਵੀ ਸਾਡੀ ਪੜ੍ਹਾਈ ਵਿੱਚ ਇਕਨੋਮੀ ਬਾਰੇ ਦੱਸਿਆ ਜਾਂਦਾ ਹੈ ਤਾਂ ਉਸ ਵਿੱਚ ਵੱਡੇ ਵੱਡੇ ਸ਼ਬਦਾਂ ਨਾਲ ਬੰਦੇ ਨੂੰ ਪਹਿਲਾਂ ਹੀ ਡਰਾ ਦਿੱਤਾ ਜਾਂਦਾ ਹੈ, ਜਿਵੇਂ ਕਿ ਸਟਾਕ ਮਾਰਕੀਟ, ਡੈਰੀਵੇਟਿਵ ਮਾਰਕੀਟ, ਸ਼ੇਅਰ ਮਾਰਕੀਟ। ਤੇ ਇਦਾਂ ਦੇ ਸ਼ਬਦ ਸੁਣ ਕੇ ਆਮ ਬੰਦੇ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਪਰ ਅੱਜ ਆਪਾਂ ਇਹਨੂੰ ਥੋੜਾ ਜਿਹਾ ਸੌਖੇ ਤਰੀਕੇ ਨਾਲ ਸਮਝਦੇ ਹਾਂ, ਸ਼ਾਇਦ ਤੁਹਾਨੂੰ ਸਮਝ ਆ ਜਾਵੇ। ਤੇ ਮਹਿੰਗਾਈ ਕਿਵੇਂ ਵੱਧਦੀ ਜਾ ਰਹੀ ਹੈ, ਇਹ ਕਿਉਂ ਵੱਧਦੀ ਹੈ, ਇਸ ਬਾਰੇ ਵੀ ਦੱਸਾਂਗੇ। ਵੈਸੇ ਤਾਂ ਇਹ ਚੀਜ਼ ਬਾਰੇ ਕਾਮਰਸ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਜੋ ਸੀਏ ਹੁੰਦੇ ਨੇ, ਪਰ ਉਹ ਆਪਣੇ ਕੰਮ ਵਿੱਚ ਬਿਜ਼ੀ ਹੀ ਇੰਨੇ ਹੋ ਜਾਂਦੇ ਨੇ, ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਇਸ ਚੀਜ਼ ਬਾਰੇ ਚਾਨਣਾ ਪਾਉਣ ਦਾ। ਤੇ ਵੈਸੇ ਵੀ ਮਿਡਲ ਕਲਾਸ ਫੈਮਿਲੀ ਵਾਲਾ ਬੰਦਾ ਆਪਣੇ ਪਰਿਵਾਰ ਤੇ ਆਪਣੇ ਕੰਮ ਨੂੰ ਅਹਿਮੀਅਤ ਸਭ ਤੋਂ ਪਹਿਲਾਂ ਦੇਵੇਗਾ ਇਹ ਚੀਜ਼ ਨਾਲੋਂ। ਤੇ ਬਹੁਤ ਸਾਰੇ ਮਸ਼ਹੂਰ ਅਰਥ ਸ਼ਾਸਤਰੀਆਂ ਨੇ ਬਹੁਤ ਪਹਿਲਾਂ ਹੀ ਕਿਹਾ ਸੀ ਕਿ ਬੈਂਕ ਇੱਕ ਫਰਾਡ ਸਿਸਟਮ ਹੈ। ਤੇ ਸਰਲ ਭਾਸ਼ਾ ਵਿੱਚ ਜੇਕਰ ਆਪਾਂ ਇਸ ਨੂੰ ਸਮਝੀਏ, ਮੰਨ ਲਓ ਇੱਕ ਨਵਾਂ ਬੈਂਕ ਸਾਡੇ ਏਰੀਆ ਵਿੱਚ ਖੁੱਲਿਆ ਹੈ ਤੇ ਮੈਂ ਉਸ ਵਿੱਚ ਆਪਣੇ ਖੂਨ ਪਸੀਨੇ ਦੀ ਕਮਾਈ 1 ਲੱਖ ਰੁਪਇਆ ਜਮ੍ਹਾਂ ਕਰਵਾਉਣਾ ਹੈ, ਪਰ ਉਸੇ ਬੈਂਕ ਵਿੱਚ ਜੇਕਰ ਕੋਈ 50,000 ਦਾ ਲੋਨ ਲੈਣ ਆ ਗਿਆ ਤੇ ਬੈਂਕ ਨੇ ਉਸ ਨੂੰ 50,000 ਰੁਪਏ ਦੇ ਦਿੱਤੇ, ਉਹ ਵੀ ਵਿਆਜ ਤੇ ਬੈਂਕ ਨੂੰ ਹੁਣ ਵਿਆਜ ਜਾਵੇਗਾ ਤੇ ਫਾਇਦਾ ਵੀ ਬੈਂਕ ਨੂੰ ਹੀ ਹੋਵੇਗਾ, ਪਰ ਮੇਰੇ ਹਿੱਸੇ ਥੋੜਾ ਜਿਹਾ, ਬਿਲਕੁਲ ਥੋੜਾ ਜਿਹਾ ਚੌਲ ਦੇ ਦਾਣੇ ਜਿੰਨਾ ਵਿਆਜ ਆਵੇਗਾ ਜੋ ਮੇਰੀ ਸੇਵਿੰਗ ਵਾਲੇ ਪੈਸੇ ਤੇ ਲੱਗੇਗਾ, ਪਰ ਇਸ ਦਾ ਸਿੱਧਾ ਫਾਇਦਾ ਮੈਨੂੰ ਨਹੀਂ ਹੋ ਰਿਹਾ। ਤੇ ਬੈਂਕ ਲੋਨ ਕਿੰਨਾ ਦੇ ਸਕਦਾ ਹੈ, ਇਸ ਬਾਰੇ ਕਦੇ ਸੋਚਿਆ? ਕਈ ਬੈਂਕ 1% ਰੱਖ ਕੇ 99% ਲੋਨ ਦੇ ਸਕਦੇ ਨੇ ਤੇ ਕਈ 2% ਰੱਖ ਕੇ, ਪਰ
ਜ਼ਿਆਦਾ ਤੋਂ ਜ਼ਿਆਦਾ 10% ਆਪਣੇ ਕੋਲ ਰੱਖ ਕੇ ਬੈਂਕ ਲੋਨ ਦੇ ਸਕਦਾ ਹੈ। ਮਤਲਬ 1 ਲੱਖ ਰੁਪਇਆ ਜੇਕਰ ਤੁਸੀਂ ਜਮ੍ਹਾਂ ਕਰਵਾਇਆ ਤਾਂ 10,000 ਰੁਪਇਆ ਉਹ ਰੱਖ ਕੇ ਬਾਕੀ ਲੋਨ ਦੇ ਸਕਦਾ ਹੈ ਤੇ ਇਸ ਨੂੰ ਕਿਹਾ ਜਾਂਦਾ ਹੈ ਫ੍ਰੈਕਸ਼ਨਲ ਰਿਜ਼ਰਵ ਬੈਂਕਿੰਗ। ਮਤਲਬ ਜਿੰਨਾ ਵੀ ਲੋਕਾਂ ਨੇ ਪੈਸਾ ਜਮ੍ਹਾਂ ਕਰਵਾਇਆ ਹੈ ਉਸ ਦਾ 10% ਹਿੱਸਾ ਬੈਂਕ ਦੇ ਵਿੱਚ ਰੱਖ ਕੇ ਬਾਕੀ ਸਾਰਾ ਲੋਨ ਦੇ ਵਿੱਚ ਵੰਡ ਦਿੱਤਾ ਜਾਵੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਕੋਈ ਕੱਲ ਨੂੰ ਲੈਣ ਆ ਗਿਆ ਤਾਂ ਉਹ ਇੱਕ ਦੂਜੇ ਦਾ ਪੈਸਾ ਸਰਕਲ ਵਿੱਚ ਘੁਮਾਈ ਜਾਣਗੇ। ਮਤਲਬ 10% ਰੱਖਣਾ ਉਹਨਾਂ ਲਈ ਲਾਜ਼ਮੀ ਹੁੰਦਾ ਹੈ। ਜੇਕਰ ਅਸੀਂ ਜ਼ਿਆਦਾ ਕੈਸ਼ ਲੈਣਾ ਹੁੰਦਾ ਹੈ ਤਾਂ ਸਾਨੂੰ ਮਨਾ ਵੀ ਕਰ ਦਿੱਤਾ ਜਾਂਦਾ ਹੈ ਕਈ ਵਾਰੀ ਬੈਂਕਾਂ ਵਿੱਚ, ਪਰ ਜੇਕਰ ਅਸੀਂ ਡਿਜੀਟਲ ਟ੍ਰਾਂਜੈਕਸ਼ਨ ਕਰਦੇ ਹਾਂ ਤਾਂ ਉਸ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਉਹ ਕਿਹੜਾ ਫਿਜ਼ੀਕਲੀ ਰੂਪ ਵਿੱਚ ਪੈਸਾ ਹੱਥ ਵਿੱਚ ਫੜਾਉਣਾ ਹੁੰਦਾ ਹੈ। ਮਤਲਬ ਜੇਕਰ ਕੋਈ ਮੰਗਣ ਆ ਜਾਵੇ ਤਾਂ ਬੈਂਕ ਉਸ ਨੂੰ ਪੈਸਾ ਦੇ ਸਕੇ। ਅਸਲ ਵਿੱਚ ਇਹ ਟੋਪੀ ਪਾਉਣ ਵਾਲਾ ਸਿਸਟਮ ਹੈ। ਮਤਲਬ ਕਿ ਮਾਰਕੀਟ ਵਿੱਚ 10 ਬੰਦੇ ਨੇ ਤੇ 10 ਦੇ 10 ਬੰਦਿਆਂ ਕੋਲ ਇੱਕ ਟੋਪੀ ਹੈ ਤੇ ਮੈਂ ਇੱਕ ਬੈਂਕ ਖੋਲਿਆ ਤੇ ਟੋਪੀ ਵਾਲੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਮੇਰੇ ਬੈਂਕ ਵਿੱਚ ਆਪਣੀਆਂ ਟੋਪੀਆਂ ਜਮ੍ਹਾਂ ਕਰਵਾ ਦਿਓ। ਜੇਕਰ ਤੁਹਾਨੂੰ ਟੋਪੀਆਂ ਚੋਰੀ ਹੋਣ ਦਾ ਡਰ ਹੈ ਜਾਂ ਤੁਹਾਡੀ ਟੋਪੀ ਚੋਰੀ ਹੋ ਸਕਦੀ ਹੈ, ਇਸ ਕਰਕੇ ਮੈਂ ਤੁਹਾਡੀ ਟੋਪੀ ਨੂੰ ਸਾਂਭ ਕੇ ਰੱਖ ਸਕਦਾ। ਤੇ ਹੁਣ ਉਹ 10 ਦੇ 10 ਲੋਕ ਮੇਰੇ ਕੋਲ ਟੋਪੀਆਂ ਰੱਖ ਵੀ ਦਿੰਦੇ ਨੇ ਤੇ ਹੁਣ ਮੇਰੇ ਕੋਲ 10 ਟੋਪੀਆਂ ਹੋ ਗਈਆਂ ਨੇ ਤੇ ਮੈਂ ਕਦੇ ਇੱਕ ਬੰਦੇ ਦੀ ਟੋਪੀ ਦੂਜੇ ਨੂੰ ਦੇ ਦਿੰਦਾ ਹਾਂ ਤੇ ਦੂਜੇ ਦੀ ਕਦੇ ਪਹਿਲੇ ਨੂੰ, ਤੇ ਇਸ ਤਰ੍ਹਾਂ ਮਾਰਕੀਟ ਵਿੱਚ ਟੋਪੀ ਇੱਕ ਦੂਜੇ ਕੋਲ ਘੁੰਮਦੀ ਰਹਿੰਦੀ ਹੈ। ਤੇ ਹੁਣ ਉਹ 10 ਬੰਦਿਆਂ ਕੋਲ ਜਾਂ ਤਾਂ ਇੱਕ ਟੋਪੀ ਹੈ ਜਿਸ ਨੂੰ ਲੋੜ ਸੀ ਜਾਂ ਫਿਰ ਕਿਸੇ ਕੋਲ ਵੀ ਨਹੀਂ, ਪਰ ਮੇਰੇ ਕੋਲ ਤਾਂ ਟੋਪੀਆਂ ਹੀ ਟੋਪੀਆਂ ਹੋ ਗਈਆਂ। ਵੈਸੇ ਬੈਂਕ ਕੋਲ ਹਮੇਸ਼ਾ ਪੈਸਾ ਹੁੰਦਾ ਹੈ, ਪਰ ਉਹ ਟੋਪੀ ਪਾਉਣ ਵਾਲੇ ਚੱਕਰ ਵਿੱਚ ਅਸਲ ਵਿੱਚ ਬੰਦੇ ਨੂੰ ਟੋਪੀ ਪਾ ਦਿੰਦੇ ਨੇ। ਤੇ ਕਦੇ ਤੁਸੀਂ ਸੋਚਿਆ ਕਿ ਵਿਜੇ ਮਾਲਿਆ ਵਰਗਿਆਂ ਨੂੰ ਇੰਨੇ ਕਰੋੜਾਂ ਦਾ ਲੋਨ ਕਿਵੇਂ ਮਿਲ ਗਿਆ? ਤੇ ਅਸਲ ਵਿੱਚ ਇਹ ਟੋਪੀਆਂ ਇਦਾਂ ਪਾਉਂਦੇ ਨੇ ਕਿ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕਮਰਸ਼ੀਅਲ ਕੰਮ ਕਰਨ ਵਾਲੇ ਕੋਲ ਹਰ ਮਹੀਨੇ ਆਮਦਨ ਹੋਣੀ ਹੈ, ਹਰ ਰੋਜ਼ ਆਮਦਨ ਹੋਣੀ ਹੈ, ਪਰ ਖੇਤੀਬਾੜੀ ਵਾਲੇ ਕੋਲ 6 ਮਹੀਨੇ ਬਾਅਦ ਆਮਦਨ ਹੋਣੀ ਹੈ, ਸ਼ਾਇਦ ਉਸ ਕੋਲ ਕੁਝ ਬਚੇ ਵੀ ਨਾ। ਤਾਂ ਇਸ ਕਰਕੇ ਇਹਨਾਂ ਨੇ ਕਮਰਸ਼ੀਅਲ ਬੰਦਿਆਂ ਲਈ ਅਲੱਗ ਲੋਨ ਦਾ ਫਾਰਮੂਲਾ ਬਣਾਇਆ ਹੈ, ਜਦ ਕਿ ਖੇਤੀਬਾੜੀ ਵਾਲੇ ਲਈ ਅਲੱਗ ਫਾਰਮੂਲਾ ਹੈ। ਅਸਲ ਵਿੱਚ ਬੈਂਕ ਕਮਰਸ਼ੀਅਲ ਕੰਮ ਕਰਨ ਵਾਲੇ ਨੂੰ ਇੱਕ ਛੋਟੀ ਜੀ ਦੁਕਾਨ ਤੇ ਕਰੋੜ ਤੱਕ ਦਾ ਲੋਨ ਵੀ ਦੇ ਦਿੰਦੇ ਨੇ, ਪਰ ਜੇਕਰ ਕਿਸੇ ਕਿਸਾਨ ਨੇ ਲੋਨ ਲੈਣਾ ਹੋਵੇ ਤਾਂ ਉਸ ਨੂੰ 7-8 ਕਿੱਲਿਆਂ ਤੇ ਵੀ ਸਿਰਫ 2-3 ਲੱਖ ਦੇ ਨੇੜੇ ਤੇੜੇ ਮਿਲਦਾ ਹੈ, ਜਦ ਕਿ ਉਹ 7-8 ਕਿੱਲਿਆਂ ਦੀ ਵੀ ਕੀਮਤ ਕਰੋੜਾਂ ਤੋਂ ਉੱਤੇ ਹੁੰਦੀ ਹੈ। ਮਤਲਬ 7-8 ਕਿੱਲੇ ਰੱਖਣ ਤੋਂ ਬਾਅਦ ਉਸ ਨੂੰ 2-3 ਲੱਖ ਰੁਪਏ ਦਾ ਲੋਨ ਦਿੱਤਾ ਜਾਂਦਾ ਹੈ ਤੇ ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਸੋ ਇੱਕ ਬਹੁਤ ਹੀ ਵੱਡਾ ਜਾਲ ਵਿਛਾਇਆ ਹੋਇਆ ਹੈ ਜਿਸ ਵਿੱਚ ਹਰ ਕੋਈ ਫਸਿਆ ਹੋਇਆ ਹੈ ਤੇ ਇਹ ਵੀਡੀਓ ਨੂੰ ਆਪਾਂ ਅੱਗੇ ਹੁਣ ਕੰਟੀਨਿਊ ਹੀ ਰੱਖਾਂਗੇ, ਜੋ ਕਿ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਹੋਣਗੀਆਂ। ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਕਮੈਂਟ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਅਸੀਂ ਇਦਾਂ ਦੀ ਇਨਫੋਰਮੇਸ਼ਨ ਤੇ ਹੋਰ ਵੀਡੀਓਜ਼ ਲੈ ਕੇ ਆ ਸਕੀਏ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਿਕਟੌਕ ਤੇ ਫੋਲੋ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ, ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।